ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਅੰਤ ਨਾ ਸਿਫਤੀ ਕਹਿਣ ਨਾ ਅੰਤ ਨਾ ਕਰਨਾ ਦੇਣ ਨਾ ਅੰਤ ਨਾ ਵੇਖਣ ਸੁਣਨ ਨਾ ਅੰਤ ਨਾ ਜਾਪੈ ਕਿਆ ਮਨ ਮਨ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾ ਅੰਤ ਕਾਰਣ ਕੇਤੇ ਬਿਲ ਲਾਹੇ ਤਾਂ ਕੇ ਅੰਤ ਨ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਮ ਇਹ ਵੱਡ ਉੱਚਾ ਹੋਵੇ ਕੋਈ ਇਸ ਉੱਚੇ ਕੋ ਜਾਣੇ ਸੋਏ ਜੇ ਵੱਡ ਆਪ ਜਾਣੇ ਆਪ ਨਾਨਕ ਨਦਰੀ ਕਰਮੀ ਦਾ ਜੇ ਵੱਡ ਆਪ ਜਾਣੇ ਆਪ ਨਾਨਕ ਨਦਰੀ ਕਰਮੀ ਦਾ। ਸੋ ਆਪ ਸਾਰਿਆਂ ਨੇ ਬੜੇ ਪਿਆਰ ਅਤੇ ਟਿਕਾ ਦੇ ਨਾਲ ਜਪਜੀ ਸਾਹਿਬ ਜੀ ਦੀ 54ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। We have just listened to the part of the 24th ਪੌੜੀ of ਜਪਜੀ ਸਾਹਿਬ। ਸੋ ਆਓ ਜਪਜੀ ਸਾਹਿਬ ਜੀ ਦੀ ਇਸ ਪੌੜੀ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਦਾ ਯਤਨ ਕਰੀਏ। Let us try to understand what Guru Pasha is explaining to us in this ਪੌੜੀ। Pasha begins by saying ਵੀ ਅੰਤ ਨਾ ਸਿਫਤੀ ਕਹਿਣ ਨਾ ਅੰਤ। ਕਹਿੰਦੇ ਨੇ ਜਦੋਂ ਮੈਂ ਦੁਨੀਆ ਵੱਲ ਵੇਖਦਾ ਹਾਂ ਮੈਂ ਹੈਰਾਨ ਹੋ ਰਿਹਾ ਹਾਂ ਕਿ ਇਹਨਾਂ ਲੋਕਾਂ ਨੇ ਕੀ ਕੀਤਾ। ਪੁਜਾਰੀ ਨੇ ਕੀ ਕੀਤਾ। ਪੁਜਾਰੀ ਨੇ ਇੱਕ ਰੱਬ ਘੜ ਲਿਆ। The ਪੁਜਾਰੀ ਦੀ created a God out of their own imagination। ਫਿਰ ਉਹਦੇ ਗੁਣ ਬਿਆਨ ਕਰਨੇ ਸ਼ੁਰੂ ਕਰ ਦਿੱਤੇ। Then they started giving that God attributes। ਫਿਰ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਜੇ ਰੱਬ ਪਾਉਣਾ ਚਾਹੁੰਦੇ ਹੋ ਤੁਸੀਂ, ਜੇ ਰੱਬ ਬਾਰੇ ਜਾਣਨਾ ਚਾਹੁੰਦੇ ਹੋ ਤੁਸੀਂ ਤਾਂ ਉਹਦੀਆਂ ਸਿਫਤਾਂ ਤੁਹਾਨੂੰ ਕਰਨੀਆਂ ਪੈਣਗੀਆਂ। Then they started preaching about their God in the world। If you want to meet God, you have to sing his praises। And Pasha says countless people sing God's praises। ਕਹਿੰਦੇ ਬਥੇਰੇ ਲੋਕ ਹਨ ਦੁਨੀਆ ਦੇ ਵਿੱਚ ਜਿਹੜੇ ਰੱਬ ਜੀ ਦੀਆਂ ਸਿਫਤਾਂ ਕਰ ਰਹੇ ਹਨ। ਭਾਵ ਜਿਹੜਾ ਉਹਨਾਂ ਦਾ ਰੱਬ ਹੈ ਉਹਦੀਆਂ ਸਿਫਤਾਂ ਬਥੇਰੇ ਲੋਕ ਕਰਦੇ ਹਨ। ਕੋਈ ਗॉड ਕਹਿ ਰਿਹਾ ਹੈ, ਕੋਈ ਅੱਲਾ ਕਹਿ ਰਿਹਾ ਹੈ, ਕੋਈ ਰਾਮ ਕਹਿ ਰਿਹਾ ਹੈ, ਕੋਈ ਸਾਡੇ ਵਾਲੇ ਵੀ ਕਹਿੰਦੇ ਨੇ ਇੱਕ ਹੈ ਪਰ ਸਰਵ ਵਿਆਪਕ ਹੈ। ਪਾਸ਼ਾ ਕਹਿੰਦੇ ਦੁਨੀਆ ਦੇ ਸਾਰੇ ਲੋਕ ਕਰਦੇ ਹਨ, ਜ਼ੁਬਾਨੀ ਕਲਾਮੀ ਸਾਰੇ ਕਰਦੇ ਹਨ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ। Some say that God is the giver of everything and that is how they sing his praises। ਕੋਈ ਕਹਿ ਰਿਹਾ ਕਿ ਰੱਬ ਦਾਤਾਂ ਦਿੰਦਾ ਸਾਨੂੰ ਜੀ, ਰੱਬ ਦਾਤਾ ਹੈ, ਉਹ ਦੇਵਨਹਾਰ ਹੈ, ਏਦਾਂ ਉਹਦੀਆਂ ਸਿਫਤਾਂ ਕਰਦੇ ਹਨ। ਕਹਿੰਦੇ ਨੇ ਅੰਤ ਨਾ ਵੇਖਣ ਸੁਣਨਾ। There are plenty of people that say we have done darshan of God, we have seen God, we have received revelation from God। ਕਹਿੰਦੇ ਦੁਨੀਆ ਦੇ ਬਹੁਤ ਸਾਰੇ ਲੋਕ ਹਨ ਜਿਹੜੇ ਤੁਹਾਨੂੰ ਭਰਮਾਉਣਾ ਚਾਹੁੰਦੇ ਹਨ। ਉਸ ਵੇਲੇ ਪੁਜਾਰੀ ਕਹਿ ਰਿਹਾ ਸੀ ਮੈਂ ਰੱਬ ਦੇ ਦਰਸ਼ਨ ਕਰ ਲਏ ਜੀ, ਮੈਂ ਭਗਵਾਨ ਜੀ ਦੇ ਦਰਸ਼ਨ ਕਰ ਲਏ, ਮੈਂ ਅੱਲਾ ਦੇ ਦਰਸ਼ਨ ਕਰ ਲਏ। ਤੇ ਅੱਜ ਸਾਡੇ ਕੀ ਕਹਿੰਦੇ ਹਨ ਬ੍ਰਹਮ ਗਿਆਨੀ ਸਾਡੇ ਵੀ ਅਸੀਂ ਰੱਬ ਦੇ ਦਰਸ਼ਨ ਕਰ ਲਏ ਜੀ, ਉਹ ਤਾਂ ਸਾਡੇ ਸੁਪਨਿਆਂ ਵਿੱਚ ਆਉਂਦਾ ਹੈ। ਗੁਰੂ ਪਾਤਸ਼ਾਹ ਤਾਂ ਸਾਡੇ ਨਾਲ
ਬੈਠ ਕੇ ਗੱਲਾਂ ਕਰਦੇ ਹਨ, ਉਹਨਾਂ ਨੇ ਤਾਂ ਸਾਡੇ ਨਾਲ ਬੈਠ ਕੇ ਪ੍ਰਸ਼ਾਦਾ ਵੀ ਛਕਿਆ। ਅੰਤ ਨਾ ਵੇਖਣ ਬਥੇਰੇ ਹਨ ਦੁਨੀਆ ਦੇ ਵਿੱਚ ਜਿਹੜੇ ਝੂਠ ਫੈਲਾਉਂਦੇ ਹਨ, ਜਿਹੜੇ ਸਾਖੀਆਂ ਘੜ ਘੜ ਕੇ ਗੱਪਾਂ ਸੁਣਾਉਂਦੇ ਹਨ ਤੁਹਾਨੂੰ ਭਰਮਾਉਣ ਵਾਸਤੇ। ਪਾਤਸ਼ਾਹ ਕਹਿੰਦੇ ਨੇ ਅੰਤ ਹੈ, ਬੇਅੰਤ ਹਨ ਇਦਾਂ ਦੇ ਲੋਕ। There are plenty of people that say that we have seen God. Like back in the day, the Pujari used to say that I have seen Bhagwan Ji. I have seen Krishna. I have seen Ram. I have seen Allah. Today, our Brahmagyanis, our Sants, our Babbe, they will make up fake stories. Oh, God came to us in our dreams. Guru Pasha came to us in our dreams. Guru Pasha came out of Guru Granth Sahib Ji and came and had langar with our Baba Ji. Guru Pasha says there are countless people like this who will make up stories to empty your pockets. ਅੰਤ ਨਾ ਜਾਪੇ ਕਿਆ ਮਨਮੰਤ। ਕਈ ਕਹਿੰਦੇ ਅਸੀਂ ਰੱਬ ਦਾ ਭੇਦ ਪਾ ਲਿਆ ਜੀ, ਅਸੀਂ ਰੱਬ ਦੀਆਂ ਸਿਫਤਾਂ ਨੂੰ ਜਾਣਦੇ ਹਾਂ, ਅਸੀਂ ਰੱਬ ਦੇ ਕੰਮਾਂ ਨੂੰ ਜਾਣਦੇ ਹਾਂ। Some say that we have found out the mystery of God. Like our Babbe, they will say, oh no, our Babaji knew ahead of time that the tsunami was going to come. Meaning that they want people to know that they know the mystery of God. ਪਾਸ਼ਾ ਕਹਿੰਦੇ ਦੁਨੀਆ ਦੇ ਬਹੁਤ ਸਾਰੇ ਲੋਕ ਹਨ ਜਿਹੜੇ ਕਹਿੰਦੇ ਨਹੀਂ ਜੀ ਅਸੀਂ ਰੱਬ ਦਾ ਭੇਦ ਪਾ ਲਿਆ ਜੀ। ਜਿਹੜਾ ਸਾਡੇ ਨੇ ਕਹਿੰਦੇ ਵੀ ਨਹੀਂ ਸਾਡੇ ਬਾਬਾ ਜੀ ਨੂੰ ਪਹਿਲਾਂ ਹੀ ਪਤਾ ਸੀ ਕਿ ਸੁਨਾਮੀ ਆ ਰਹੀ ਹੈ। ਯਾਨੀ ਕਿ ਉਹ ਪ੍ਰਭਾਵ ਪਾਉਣਾ ਚਾਹੁੰਦੇ ਹਨ ਦੁਨੀਆ ਦੇ ਉੱਤੇ ਕਿ ਨਹੀਂ ਜੀ ਅਸੀਂ ਰੱਬ ਦੇ ਬਹੁਤ ਨੇੜੇ ਹਨ। ਕਿਹੜੇ ਰੱਬ ਦੇ? ਜਿਹੜਾ ਰੱਬ ਅਸੀਂ ਘੜਿਆ। What God are they close to? The God that they created out of their own imagination. ਅੰਤ ਨਾ ਜਾਪੇ ਕੀਤਾ ਆਕਾਰ। Some say that you cannot put an end to the universe. You cannot put an end to the creation. ਕਈ ਕਹਿੰਦੇ ਹਨ ਨਹੀਂ ਜੀ ਇੱਕ ਰੱਬ ਨੇ ਸ੍ਰਿਸ਼ਟੀ ਸਾਜੀ। That one God created the universe. And you cannot put a limit on the universe and you cannot put a limit on that one God. Meaning that that one God is a separate entity from the world. ਤੇ ਕਈਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਡੇ ਰੱਬ ਜੀ ਨੇ ਸ੍ਰਿਸ਼ਟੀ ਪੈਦਾ ਕੀਤੀ, ਉਹਨੇ ਬ੍ਰਹਮੰਡ ਸਾਜਿਆ ਤੇ ਨਾ ਕੋਈ ਜਾਣਾ ਬ੍ਰਹਮੰਡ ਦਾ ਅੰਤ ਪਾ ਸਕਦਾ, ਨਾ ਕੋਈ ਜਾਣਾ ਸਾਡੇ ਰੱਬ ਦਾ ਅੰਤ ਪਾ ਸਕਦਾ। ਸਾਡੇ ਵਾਲੇ ਵੀ ਪੜ੍ਹੇ ਲਿਖੇ ਅੱਜ ਕਹਿੰਦੇ ਨਹੀਂ ਜੀ ਇੱਕ ਹੈ ਪਰ ਉਹ ਸਰਵ ਵਿਆਪਕ ਹੈ, ਨਿਜਮਾਂ ਦੇ ਰੂਪ ਵਿੱਚ ਸਰਵ ਵਿਆਪਕ ਹੈ, ਪਰ ਹੈ ਇੱਕ। ਯਾਨੀ ਕਿ ਜੇ ਹੈ ਇੱਕ, ਜੇ ਨਿਜਮਾਂ ਦੇ ਰੂਪ ਵਿੱਚ ਰਮਿਆ ਹੋਇਆ ਹੈ ਤਾਂ ਫਿਰ ਉਸ ਇੱਕ ਦਾ ਕਾਰਜ ਖੇਤਰ ਕੀ ਹੈ ਇਹ ਵੀ ਤਾਂ ਦੱਸ ਦਿਓ ਦੁਨੀਆ ਨੂੰ। Up until this point, Guru Pasha is giving the examples of that time. ਇੱਥੋਂ ਤੱਕ ਪਾਤਸ਼ਾਹ ਉਦਾਹਰਨਾਂ ਦਿੰਦੇ ਹਨ ਵੀ ਆ ਦੁਨੀਆ ਦੇ ਲੋਕ ਮੰਨਦੇ ਹਨ, ਇਹਨਾਂ ਦੇ ਭਰਮਾਂ ਵਿੱਚ ਨਾ ਪਵੋ। Do not get confused by what the people of the world say about their constructed God. So, Pasha, what is the reality? ਕਹਿੰਦੇ ਨੇ ਅੰਤ ਕਾਰਨ ਕੀਤੇ ਬਿਲਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। Pasha says, but the one that I call God. Pasha ਕਹਿੰਦੇ ਨੇ ਜਿਹਨੂੰ ਮੈਂ ਰੱਬ ਮੰਨਦਾ ਹਾਂ, ਜਿਹੜਾ ਉਹ ਇੱਕੋ ਹੈ, ਜਿਹੜਾ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜਿਨ ਸਗਲੀ ਮੁਹੀ ਵਾਲਾ ਰੱਬ ਹੈ ਹਨਾ, ਉਹਦਾ ਅੰਤ ਤੁਸੀਂ ਪਾ ਨਹੀਂ ਸਕਦੇ। ਉਹ ਨਿਜਮਾਂ ਦੇ ਰੂਪ ਵਿੱਚ ਰਮਿਆ ਹੋਇਆ ਹੈ, ਨਾ ਉਹ ਇੱਕ ਹੈ ਨਾ ਉਹ ਕਿਤੇ ਅਲੱਗ ਬੈਠਾ ਹੈ, ਨਹੀਂ ਉਹ ਤਾਂ ਜਰੇ ਜਰੇ ਵਿੱਚ ਵਸਦਾ ਹੈ। Guru Pasha says that the God that I believe in, that law of nature is all pervading. One cannot put an end to it, because even if we say that God is one, we have limited God. ਇੱਕ ਗੱਲ ਦਾ ਖਿਆਲ ਰੱਖਿਓ, ਪਿਛਲੀਆਂ ਵੀਡੀਓ ਵਿੱਚ ਅਸੀਂ ਬਹੁਤ ਵਾਰ ਬੇਨਤੀ ਕਰਦੇ ਹਾਂ ਕਿ ਜੀ ਇੱਕ ਵੀ ਰੱਬ ਮੰਨ ਲਿਆ ਵੀ ਇੱਕ ਹੈ, ਸਰਬ ਵਿਆਪਕ ਹੈ, ਫਿਰ ਵੀ ਅੰਤ ਪਾ ਲਿਆ ਉਹਦਾ ਵੀ ਇੱਕ ਹੈ। ਜਾਣੀ ਕਿ ਪਾਤਸ਼ਾਹ ਕਹਿੰਦੇ ਨੇ ਵੀ ਅੰਤ ਕਾਰਨ ਕੀਤੇ ਬਿਰਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਇਹ ਅੰਤ ਨਾ ਜਾਣੇ ਕੋਏ। No one knows the mystery of the creation. That is the beauty of it. ਇਹ ਤਾਂ ਸੁੰਦਰਤਾ ਹੈ ਕੁਦਰਤ ਦੀ, ਕੋਈ ਜਾਣਾ ਅੰਤ ਨਹੀਂ ਪਾ ਸਕਦਾ। ਜਿਹੜਾ ਸਾਡੇ ਵਾਲੇ ਕਹਿੰਦੇ ਨਹੀਂ ਜੀ, some will say, oh no, they say that nature is God, God is nature. ਕਈ ਕਹਿੰਦੇ ਨਹੀਂ, ਇਹ ਕਹਿੰਦੇ ਨਹੀਂ ਕੁਦਰਤ ਹੀ ਰੱਬ ਹੈ। ਹੱਦ ਹੋ ਗਈ ਯਾਰ। ਹੁਣ ਕਹਿੰਦੇ ਨੇ ਕੁਦਰਤ ਵੀ ਰੱਬ ਹੈ, ਜਾਣੀ ਕਿ ਨਾ ਅਸੀਂ ਕਦੇ ਕਿਹਾ ਕੁਦਰਤ ਹੀ ਰੱਬ ਹੈ, ਨਾ ਅਸੀਂ ਕਹਿੰਦੇ ਕੁਦਰਤ ਵੀ ਰੱਬ ਹੈ। ਕਹਿਣ ਤੋਂ ਭਾਵ ਇਹ ਹੈ ਕਿ
ਕੁਦਰਤ ਅਤੇ ਕੁਦਰਤ ਦੇ ਨਿਯਮ, ਬੀ ਤੇ ਦਰਖਤ ਦੋਨੋਂ ਸੇਮ ਹਨ। ਦਰਖਤ ਬੀਜ ਦਾ ਫੈਲਾਅ ਹੈ। The tree is the manifest form of the seed. Just like that, we are the manifest form of that law of nature. ਹੁਣ ਦੋ ਸ਼ਲੋਕ ਅਸੀਂ ਪੜ੍ਹਨੇ ਹਨ, ਗੌੜੀ ਰਾਗ ਦੇ ਵਿੱਚ ਆਉਂਦੇ ਹਨ, ਬੜੇ ਪਿਆਰੇ ਸ਼ਲੋਕ ਹਨ, ਗੱਲ ਕਲੀਅਰ ਕਰ ਦਿੰਦੇ। ਜੇ ਅਸੀਂ ਚੰਗੀ ਤਰ੍ਹਾਂ ਇਹਨਾਂ ਸ਼ਲੋਕਾਂ ਨੂੰ ਸਮਝ ਲਿਆ ਨਾ, ਮੈਂ ਕਹਿੰਦਾ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਨੂੰ ਚੁਟਕੀ ਦੇ ਨਾਲ ਸਮਝ ਸਕਦੇ ਹਾਂ। If we understand these two sloks, we can understand Gurbani's message in the blink of an eye. In an instant, we will understand, yes, this is what Guru Pasha was trying to explain to us. ਹੁਣ ਪਾਸ਼ਾ ਕਹਿੰਦੇ ਆਪਹਿ ਕੀਆ ਕਰਾਇਆ, ਧਿਆਨ ਨਾਲ ਸੁਣਿਓ ਹੁਣ, ਆਪਹਿ ਕੀਆ ਕਰਾਇਆ ਆਪੇ ਕਰਨੇ ਜੋਗ, ਨਾਨਕ ਏਕੋ ਰਬ ਰਹਿਆ। That law of nature is manifest throughout the creation. ਦੂਸਰ ਹੁਆ ਨਾ ਹੋਗ, there is no separate God. There is no separate entity. There is no one God. ਕਹਿੰਦੇ ਦੂਜਾ ਕੋਈ ਨਹੀਂ, ਨਾ ਉਹ ਇੱਕ ਹੈ ਨਾ ਸਰਬ ਵਿਆਪਕ ਹੈ, ਜਾਣੀ ਕਿ ਨਿਯਮਾਂ ਤੋਂ ਬਗੈਰ ਕੋਈ ਸ਼ਕਤੀ ਨਹੀਂ ਜਿਹਦੇ ਅੱਗੇ ਅਰਦਾਸਾਂ ਕਰ ਸਕਦੇ ਹਾਂ। There is no power that you can do ਅਰਦਾਸ in front of. ਕੋਈ ਰੱਬ ਨਹੀਂ ਜਿਹਦੇ ਅੱਗੇ ਤੁਸੀਂ ਜਾ ਕੇ ਤਰਲੇ ਕਰ ਸਕਦੇ ਆ ਵੀ ਰੱਬ ਜੀ ਆਹ ਕਰ ਲਓ ਸਾਡਾ, ਆਹ ਕੰਮ ਸਵਾਰ ਲਓ ਸਾਡਾ। ਨਹੀਂ, ਉਹ ਨਿਯਮ ਫਿੱਟ ਹਨ, ਉਹਨਾਂ ਨਿਯਮਾਂ ਨੂੰ ਸਮਝਣਾ ਹੈ, ਉਹਨਾਂ ਦੇ ਮੁਤਾਬਕ ਚੱਲਣਾ ਹੈ, ਬਸ। ਨਾਨਕ ਏਕੋ ਰੱਬ ਰਹਿਆ। ਅੱਛਾ, ਤੇ ਉਹ ਏਕੋ ਹੈ ਕੀ ਹੈ ਫਿਰ? ਤੇ ਪਾਤਸ਼ਾਹ ਕਹਿੰਦੇ ਨੇ ਵੀ ਨਿਰੰਕਾਰ ਆਕਾਰ ਆਪ, ਧਿਆਨ ਨਾਲ ਸੁਣਿਓ ਹੁਣ, ਵੀ ਨਿਰੰਕਾਰ ਤੋਂ ਆਕਾਰ ਪੈਦਾ ਹੋਇਆ, ਜਾਣੀ ਕਿ ਨਿਯਮਾਂ ਤੋਂ ਸ੍ਰਿਸ਼ਟੀ ਹੋਂਦ ਵਿੱਚ ਆਈ, ਨਿਯਮਾਂ ਤੋਂ ਕੁਦਰਤ ਹੋਂਦ ਵਿੱਚ ਆਇਆ। ਨਿਰੰਕਾਰ ਆਕਾਰ ਆਪ ਤੇ ਅੱਛਾ ਪਾਤਸ਼ਾਹ ਅਲੱਗ ਹਨ। From that invisible law of nature, the manifest form of the creation emerged. And are they two separate entities? ਪਾਸ਼ਾ ਕਹਿੰਦੇ ਨੇ ਨਾ, ਪੜ੍ਹੇ ਲਿਖਿਆ ਪੁਜਾਰੀਆਂ ਤੋਂ ਦੂਰ ਰਹੋ, ਬ੍ਰਾਹਮਣ ਪੁਜਾਰੀਆਂ ਤੋਂ ਦੂਰ ਰਹੋ। ਜਿਹੜੇ ਪੁਜਾਰੀ ਇਹ ਕਹਿੰਦੇ ਹਨ ਕਿ ਨਹੀਂ ਜੀ ਅਸੀਂ ਰੱਬ ਬਾਰੇ ਜਾਣਦੇ ਹਾਂ ਜੀ, ਸਾਡੇ ਕੋਲ ਆਓ ਜੀ, ਪਾਸ਼ਾ says stay away from everybody, stay away from all these pujaris that spew lies in the name of religion. This is all you need to know. This is the only formula that you need to understand and that you need to live accordingly to it. ਕਹਿੰਦੇ ਆਹ ਨੁਕਤਾ ਜੇ ਬੰਦੇ ਦੇ ਦਿਮਾਗ ਦੇ ਵਿੱਚ ਫਿੱਟ ਬਹਿੰਦਾ ਹੈ ਨਾ, ਤੇ ਸਮਝ ਲਓ ਉਹਨੇ ਜ਼ਿੰਦਗੀ ਦਾ ਮਕਸਦ ਸਮਝ ਲਿਆ ਵੀ ਹਾਂ ਮੈਂ ਵੀ ਉਹਦਾ ਰੂਪ ਹਾਂ ਇੱਕ। ਨਿਰੰਕਾਰ ਆਕਾਰ ਆਪ, ਨਿਰਗੁਣ ਸਰਗੁਣ ਏਕ, ਸਰਗੁਣ ਨਿਰਗੁਣ ਥਾਪੇ ਨਾਉ। ਨਿਰਗੁਣ ਸਰਗੁਣ ਏਕ, ਇੱਕ ਹੈ ਏਕ ਬਖਾਨਣ। ਕਮਾਲ ਦੇ ਸ਼ਬਦ ਹਨ, ਇੱਕ ਹੈ ਏਕ ਬਖਾਨਣ। ਨਾਨਕ ਏਕ ਅਨੇਕ, from that one law of nature, from that one system of nature, look at everything that has emerged. ਕਹਿੰਦੇ ਨੇ ਇੱਕੋ ਜਿਹੇ ਵਿਧਾਨ ਵਿੱਚੋਂ ਆ ਸਾਰੇ ਰੂਪ ਹੋਣ ਦੇ ਵਿੱਚ ਆਏ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਅੰਤ ਕਾਰਨ ਕੀਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ, ਇਹ ਅੰਤ ਨਾ ਜਾਣੇ ਕੋਏ। ਬਹੁਤਾ ਕਹੀਏ, the more that one tries to understand that system, ਕਹਿੰਦੇ ਨੇ ਜਿੱਦਾਂ ਬੰਦਾ ਖੋਜ ਕਰਦਾ ਹੈ ਕੁਦਰਤ ਦੀ, ਵਿਧਾਨ ਦੀ, ਨਿਯਮਾਂ ਦੀ, ਬਹੁਤਾ ਕਹੀਏ ਬਹੁਤਾ ਹੋਏ, ਉਦਾਂ ਬੰਦੇ ਨੂੰ ਇਦਾਂ ਲੱਗਣ ਲੱਗ ਪੈਂਦਾ ਮੈਂ ਅੰਤ ਨਹੀਂ ਪਾ ਸਕਦਾ, ਯਾਰ ਕਿੱਡਾ ਵੱਡਾ ਹੈ, ਫਿਰ ਕਿੱਡਾ ਮਾਣ ਮਹਿਸੂਸ ਹੁੰਦਾ, ਯਾਰ ਮੈਂ ਵੀ ਉਹਦਾ ਅੰਸ਼ ਹਾਂ। Pasha says the more that one tries to understand that system, the more that one begins to realize how grand it is. Like scientists say today, the more that we understand nature, the more we are fascinated by it. ਕਹਿੰਦੇ ਨੇ ਜਿੱਦਾਂ ਅਸੀਂ ਖੋਜ ਕਰਦੇ ਹਾਂ, ਵਿਗਿਆਨੀ ਕਹਿੰਦੇ ਹਨ ਵੀ ਜਿੰਨੀ ਅਸੀਂ ਖੋਜ ਕਰਦੇ ਹਾਂ ਕੁਦਰਤ ਦੀ ਹੈ ਨਾ, ਉਨਾ ਅਸੀਂ ਹੈਰਾਨ ਹੋਈ ਜਾਈਦਾ ਹੈ ਵੀ ਯਾਰ ਹੱਦ ਹੋ ਗਈ, ਆ ਵੀ ਹੈ ਇੱਥੇ, ਆ ਵੀ ਹੈ ਇੱਥੇ। ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਂ। Guru Pasha says that law of nature is so grand, it is so great. ਕਹਿੰਦੇ ਨੇ ਉਹ ਕੁਦਰਤ ਦਾ ਵਿਧਾਨ ਕਿੱਡਾ ਉੱਚਾ ਹੈ, ਕਿੱਡਾ ਵੱਡਾ ਹੈ। ਉਹ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ, ਨਾ ਕਿਸੇ ਦੇ ਕੋਲੋਂ ਕੁਝ ਮੰਗਦਾ ਹੈ, ਨਾ ਕਿਸੇ ਦੀਆਂ ਅਰਦਾਸਾਂ ਸੁਣਦਾ ਹੈ, ਨਹੀਂ, ਉਹ ਫਿੱਟ ਹੈ, ਉਹ ਸੈੱਟ ਹੈ। ਇੱਕ ਵੱਡਾ ਸਾਹਿਬ ਉੱਚਾ ਥਾਂ, ਉਹਦਾ ਥਾਂ ਕਿੱਡਾ ਉੱਚਾ ਹੋਣਾ, ਤੇ ਜਰਾ ਇਮੇਜਿਨ ਕਰਕੇ ਦੇਖੋ।
think about this for a while. Like when we are playing games with a child, ਜਦੋਂ ਬੱਚੇ ਦੇ ਨਾਲ ਗੇਮਾਂ ਅਸੀਂ ਖੇਡਦੇ ਹਾਂ ਨਾ, ਤਾਂ ਉਹਨੂੰ ਬਿਲਡ ਕਰਨ ਵਾਸਤੇ ਅਸੀਂ ਕੀ ਕਰਦੇ ਹਾਂ, ਅਸੀਂ ਹਾਰ ਮਹਿਸੂਸ ਕਰਦੇ ਹਾਂ ਹਨਾ, ਵੀ ਬੱਚੇ ਦੇ ਅੰਦਰ ਸਵੈ ਮਾਣ ਭਰਿਆ ਜਾਵੇ, ਅਸੀਂ ਕਹਿੰਦੇ ਹਾਂ ਵੀ ਹਾਂ ਤੂੰ ਹੀ ਕੀਤਾ. Like when we are playing games with a child, what do we say to build his self-confidence? Sometimes we pretend, when he hits us, we pretend that we fall. Sometimes we can block his shot in basketball, but to make him feel something, that he accomplished something, what do we say? We let him shoot. We let him make the shot. Well, why? Because we want to build him up. We want to build his self-confidence. ਬੱਚਾ ਇਦਾਂ ਮੁੱਕੀ ਮਾਰਦਾ ਤੁਹਾਡੇ ਤੇ, ਅਗਲਾ ਡਿੱਗ ਪੈਂਦਾ ਹੈ. ਕਿਉਂ ਡਿੱਗਦੇ ਹਾਂ ਅਸੀਂ? ਕਿਉਂਕਿ ਅਸੀਂ ਬੱਚੇ ਦੇ ਅੰਦਰ ਇਹ ਸਵੈ ਮਾਣ ਭਰਨਾ ਚਾਹੁੰਦੇ ਹਾਂ ਵੀ ਤੂੰ ਕਰ ਸਕਦਾ, ਜੋ ਮਰਜ਼ੀ ਕਰ ਸਕਦਾ. You can do whatever you want. You can do whatever you put your mind to. ਪਾਤਸ਼ਾਹ ਨੇ ਜਦੋਂ ਸਾਨੂੰ ਇਹ ਕਿਹਾ ਹੈ ਨਾ ਵੀ ਉਹ ਬੜਾ ਵੱਡਾ ਹੈ ਪਰ ਤੂੰ ਵੀ ਉਹਦਾ ਪਾਰਟ ਹਾਂ, ਕੀ ਕਹਿਣਾ ਚਾਹੁੰਦੇ ਸੀ ਸਾਨੂੰ? ਇਹ ਕਹਿਣਾ ਚਾਹੁੰਦੇ ਸੀ ਸਾਨੂੰ ਵੀ ਇੱਕ ਹੈ ਤੇ ਸਰਬ ਵਿਆਪਕ ਹੈ? ਨਹੀਂ, ਇਹ ਕਹਿਣਾ ਚਾਹੁੰਦੇ ਸੀ ਵੀ ਯਾਰ ਤੂੰ ਵੀ ਉਹਦਾ ਰੂਪ ਹਾਂ, ਤੂੰ ਵੀ ਕੁਝ ਕਰਕੇ ਵਿਖਾ ਇੱਥੇ. You are a part of that system. Look how grand you are. Build that self-confidence. Bring that self-confidence within you because you can understand that system through wisdom. ਕਿਉਂਕਿ ਤੁਸੀਂ ਉਸ ਨਿਯਮ ਨੂੰ ਸਮਝ ਸਕਦੇ ਹੋ, ਤੁਸੀਂ ਆਪਣੀ ਥਾਂ ਸਮਝ ਸਕਦੇ ਹੋ ਗਿਆਨ ਹਾਸਲ ਕਰਕੇ. ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੇ ਕੋਈ, ਤਿਸ ਉੱਚੇ ਕੋ ਜਾਣੇ ਸੋਏ. ਕਹਿੰਦੇ ਨੇ ਜਦੋਂ ਬੰਦਾ ਇਹ ਮਹਿਸੂਸ ਕਰਨ ਲੱਗ ਪੈਂਦਾ ਹੈ ਨਾ, ਮੈਂ ਵੀ ਉਹਦਾ ਰੂਪ ਹਾਂ, ਫਿਰ ਬੰਦਾ ਜ਼ਿੰਮੇਵਾਰੀਆਂ ਨਿਭਾਉਣ ਲੱਗ ਪੈਂਦਾ ਹੈ. ਫਿਰ ਉਹਨੂੰ ਆਪਣੇ ਆਪ ਦੇ ਵਿੱਚ ਸਵੈ ਮਾਣ ਉਹ ਮਹਿਸੂਸ ਕਰਦਾ ਹੈ, ਮੈਂ ਵੀ ਉਸ ਵੱਡੇ ਥਾਂ ਤੇ ਪਹੁੰਚ ਗਿਆ ਹਾਂ. ਜਿੰਨਾ ਮੈਂ ਕਰ ਸਕਦਾ ਸੀ ਜ਼ਿੰਦਗੀ ਵਿੱਚ ਉਹਨਾਂ ਮੈਂ ਕਰਕੇ ਵਿਖਾਇਆ. ਏਵੜ ਉੱਚਾ ਹੋਵੇ ਕੋਈ, when that one begins to understand he is a part of that system, ਤਿਸ ਉੱਚੇ ਕੋ ਜਾਣੇ ਸੋਏ, he begins to feel accomplished. Whatever I could do in my lifetime, I did to the best of my ability. ਕਹਿੰਦੇ ਨੇ ਜੀਵੜ ਆਪ ਜਾਣੇ ਆਪ ਆਪ. Each and every answer to all your questions is within its understanding. ਕਹਿੰਦੇ ਨੇ ਹਰੇਕ ਸਵਾਲ ਦਾ ਜਵਾਬ ਉਸ ਵਿਧਾਨ ਵਿੱਚੋਂ ਤੁਸੀਂ ਲੱਭ ਸਕਦੇ ਹੋ. ਕਿਉਂਕਿ ਜੇ ਅਸੀਂ ਇਹ ਕਹਿੰਦੇ ਆ ਨਾ ਵੀ ਰੱਬ ਇੱਕ ਹੈ, ਸਰਬ ਵਿਆਪਕ ਹੈ, ਤੇ ਉਹ ਆਪਣੀਆਂ ਜਾਣਦਾ ਹੈ, ਉਹ ਸਾਰਾ ਕੁਝ ਜਾਣਦਾ ਜੀ. If we say God is one, he is all pervading and he knows everything that is going on. ਇੱਕ ਪਾਸੇ ਅਸੀਂ ਇਹ ਕਹਿੰਦੇ ਆ ਵੀ ਰੱਬ ਜਾਣਦਾ ਹੈ, ਦੂਜੇ ਪਾਸੇ ਅਸੀਂ ਇਹ ਕਹਿੰਦੇ ਆ ਵੀ ਉਹ ਨਹੀਂ, ਉਹ ਨਿਰੰਕਾਰ ਹੈ, ਉਹਦਾ ਆਕਾਰ ਕੋਈ ਨਹੀਂ. ਜੇ ਆਕਾਰ ਕੋਈ ਨਹੀਂ ਫਿਰ ਜਾਣਦਾ ਕਿੱਦਾਂ? ਦਿਮਾਗ ਦੇ ਨਾਲ ਜਾਣਿਆ ਜਾਂਦਾ ਹੈ ਨਾ. ਜੇ ਆਕਾਰ ਨਹੀਂ ਉਹਦਾ, ਜੇ ਹੱਥ ਪੈਰ ਨਹੀਂ, ਜੇ ਦਿਮਾਗ ਨਹੀਂ, ਉਹ ਜਾਣਦਾ ਕਿੱਦਾਂ ਯਾਰ? How can one come to know if he is invisible? Because you know with your mind. And if God is invisible, how can one God know everything that is going on? Obviously, Patsha wanted to explain to us, no, that law of nature, its understanding holds the answer to all of your questions. ਜੇਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ. ਹਾਂ, ਇੱਕ ਗੱਲ ਜ਼ਰੂਰ ਹੈ, ਜੇ ਬੰਦਾ ਉਹਨੂੰ ਸਮਝਣਾ ਚਾਹੇ, ਜੇ ਬੰਦਾ ਗੁਣ ਧਾਰਨ ਕਰਕੇ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੇ, ਗੁਣਾਂ ਦੇ ਆਧਾਰ ਤੇ ਜ਼ਿੰਦਗੀ ਨੂੰ ਜੇ ਨਿਭਾਵੇ, ਫਿਰ ਉਹ ਇੱਕ ਮਾਣ ਮਹਿਸੂਸ ਕਰ ਸਕਦਾ ਹੈ. ਫਿਰ ਉਹ ਉਸ ਵਿਧਾਨ ਨੂੰ ਸਮਝ ਕੇ ਉਹਦੀ ਬਖਸ਼ਿਸ਼ ਧਾਰਨ ਕਰਕੇ ਜ਼ਿੰਦਗੀ ਵਿੱਚ ਅਪਣਾ ਸਕਦਾ ਹੈ. One thing is for sure, that one who wants to understand that system, bring that understanding into his life, he can begin living a more successful life. She can begin living a more successful life on her own 2 feet, on his own 2 feet. I'm a part of that system. I do not need to go anywhere to gain understanding. Whatever I want to obtain, I can obtain by understanding that system of nature. How can I understand it? By opening my mind. ਸਮਝਣਾ ਕਿੱਦਾਂ ਹੈ? ਦਿਮਾਗ ਖੁੱਲਾ ਰੱਖੋ, ਜਿੱਥੋਂ ਵੀ ਗਿਆਨ ਮਿਲੇ ਉਥੋਂ ਗਿਆਨ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰੋ. ਸੋ ਆਓ
Let us read Gurbani, let us understand Gurbani, let us bring Gurbani into our daily lives so that we may live a life full of confidence, a life full of freedom, like our Guru Pasha and like our forefathers did before us. आओ गुरबाणी पढ़ के विचार के अपनी जिंदगी ਵਿੱਚ ਲਾਗੂ ਕਰਕੇ ਆਜ਼ਾਦੀ ਨਾਲ ਅਸੀਂ ਆਪਣੇ ਫੈਸਲੇ ਆਪ ਲਈਏ ਜਿਵੇਂ ਕਿ ਸਾਡਿਆਂ ਗੁਰੂ ਪਾਤਸ਼ਾਹਾਂ ਨੇ ਲਏ ਸਨ। ਗੁਰਬਾਣੀ ਸਮਝ ਕੇ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅੱਜ ਦੀ ਡੇਟ ਵਿੱਚ ਸਾਡੀਆਂ ਜ਼ਿੰਮੇਵਾਰੀਆਂ ਕੀ ਹਨ, ਉਹਨਾਂ ਨੂੰ ਚੰਗੀ ਤਰ੍ਹਾਂ ਨਿਭਾ ਕੇ ਵਿਖਾਈਏ ਜਿਵੇਂ ਕਿ ਸਾਡਿਆਂ ਗੁਰੂ ਪਾਤਸ਼ਾਹਾਂ ਨੇ ਸਮਾਜ ਨੂੰ ਦੁਨੀਆ ਨੂੰ ਨਿਭਾ ਕੇ ਵਿਖਾਈਆਂ। ਅੱਜ ਲਈ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਦਿਓ ਇਜਾਜ਼ਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।